झूले लाल कलंदर बस्ती कलंदर झूले 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 लाल कलंदर बस्ती कलंदर झूले। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। ਪੰਜਾਬੀ ਅਦਬੀ ਨਸ਼ਿਸਤਾਂ ਦੇ ਵਿੱਚ ਅਸੀਂ ਤਮਾਮ ਹਾਜ਼ਰੀਨ ਨੂੰ, ਸਾਮੀਨ ਨੂੰ, ਨਵੇਂ ਸ਼ਾਮਲ ਹੋਣ ਵਾਲਿਆਂ ਨੂੰ ਖੁਸ਼ਾਮਦੀਦ ਕਹਿੰਦੇ ਹਾਂ। ਕੁੱਲੀ ਤੌਰ ਤੇ ਸਾਡੀ ਪੰਜਾਬੀ ਅਦਬੀ ਨਸ਼ਿਸਤਾਂ ਦੀ ਇਹ 10ਵੀਂ ਨਸ਼ਿਸਤ ਹੈ ਔਰ ਇਹ ਬੜਾ ਖਾਸ ਜਨਾਬ ਅੱਜ ਕਲਾਮ ਪੇਸ਼ ਕੀਤਾ ਜਾਏਗਾ ਕਿਉਂਕਿ ਅੱਜ ਉਹਨਾਂ ਨਾਲ ਜ਼ਿਕਰ ਹੋਣੇ ਵਾਲਾ ਹੈ ਜਿਨ੍ਹਾਂ ਨੂੰ ਰੂਮੀ ਕਸ਼ਮੀਰ ਕਿਹਾ ਜਾਂਦਾ ਹੈ। ਹਜ਼ਰਤ ਮੀਆਂ ਮੁਹੰਮਦ ਬਖਸ਼ ਮੁਰਾਦ ਨੇ, ਖੜੀ ਸ਼ਰੀਫ ਦੇ ਰਹਿਣੇ ਵਾਲੇ ਨੇ, ਆਰਫ ਖੜੀ ਸ਼ਰੀਫ ਵੀ ਉਹਨੂੰ ਕਹਿੰਦੇ ਨੇ ਉਹਨਾਂ ਨੂੰ। ਤੇ ਪੰਜਾਬੀ ਅਦਬ ਵਿੱਚ ਉਹਨਾਂ ਦਾ ਜਿਹੜਾ ਮੁਕਾਮ ਹੈ ਨਾ ਜੀ, ਉਹ ਬਸ ਚੰਦ ਹੀ ਸ਼ੋਰਾ ਨੂੰ ਮੁਕਾਮ ਹਾਸਲ ਹੈ ਜਿਹੜਾ ਕਿ ਸਮਝ ਲਓ ਬਾਬਾ ਬੁੱਲੇ ਸ਼ਾਹ ਨੂੰ ਹਾਸਲ ਹੈ, ਸ਼ਾਹ ਹੁਸੈਨ ਨੂੰ ਹਾਸਲ ਹੈ, ਤੇ ਉਸ ਤੋਂ ਬਾਅਦ ਮੀਆਂ ਮੁਹੰਮਦ ਬਖਸ਼ ਨੂੰ ਹਾਸਲ ਹੈ ਜਾਂ ਸੁਲਤਾਨ ਬਾਹੂ ਨੂੰ ਹਾਸਲ ਹੈ। ਇੱਕ ਬਰਾਬਰ ਦੇ ਸਾਰੇ ਬਜ਼ੁਰਗ ਨੇ। ਤੇ ਇਹਨਾਂ ਦੀ ਜਨਾਬ ਜਿਹੜਾ ਨਾ ਮੀਆਂ ਮੁਹੰਮਦ ਬਖਸ਼ ਦਾ ਪਹਿਲੇ ਤਾਰਫ ਪੇਸ਼ ਕਰ ਦਈਏ। ਮੀਆਂ ਮੁਹੰਮਦ ਬਖਸ਼ ਜਨਾਬ ਦਾ ਜਿਹੜਾ ਦੌਰ ਹੈ ਨਾ, ਜ਼ਮਾਨਾ, ਉਹ 1830 ਈਸਵੀ ਤੋਂ ਲੈ ਕੇ ਤੇ 1907 ਈਸਵੀ ਤੱਕ ਹੈ। 1830 ਵਿੱਚ ਪੈਦਾ ਹੁੰਦੇ ਨੇ ਔਰ 1907 ਈਸਵੀ ਚ ਇਹ ਦੁਨੀਆ ਤੋਂ ਰੁਖਸਤ ਹੋ ਜਾਂਦੇ ਨੇ। ਠੀਕ ਹੈ ਜੀ ਬਾਤ। ਅੱਛਾ, ਤੇ ਇਹਨਾਂ ਦਾ ਜਿਹੜੀ ਪੈਦਾਇਸ਼ ਹੈ ਨਾ ਜੀ, ਉਹ ਖੜੀ ਸ਼ਰੀਫ, ਇਹ ਸਾਡੇ ਗੁਜਰਾਤ ਤੋਂ ਜਿਹੜੀ ਨਹਿਰ ਹੈ ਨਾ ਸਰਾਏ ਆਲਮਗੀਰ ਵਾਲੀ, ਉਹਦੇ ਤੋਂ ਜਾਈਏ ਮੀਰਪੁਰ ਵਾਲੀ ਸਾਈਡ ਤੇ ਮੀਰਪੁਰ ਦੇ ਵਿੱਚ ਦਾਖਲ ਹੋਈਏ ਤੇ ਜ਼ਿਲ੍ਹਾ ਮੀਰਪੁਰ ਹੈ ਤੇ ਉੱਥੇ ਖੜੀ ਪਿੰਡ ਹੈ, ਖੜੀ ਸ਼ਰੀਫ ਉਹਨੂੰ ਕਹਿੰਦੇ ਨੇ। ਤੇ ਗੁੱਜਰ ਪਿੰਡ ਖੜੀ ਉਹਨੂੰ ਪਿਆ ਪੁਰਾਣਾ ਨਾਂ ਸੀ ਤੇ ਹੁਣ ਉਹ ਖੜੀ ਆਰਫੇ ਖੜੀ ਔਰ ਖੜੀ ਸ਼ਰੀਫ ਦਾ ਨਾਂ ਦਿੱਤਾ ਗਿਆ ਹੈ। ਤੇ ਰੂਮੀ ਕਸ਼ਮੀਰ ਉਹਨਾਂ ਨੂੰ ਕਹਿੰਦੇ ਨੇ। ਬਹੁਤ ਬੜੇ ਇਹ ਸ਼ਾਇਰ ਵੀ ਨੇ, ਸੂਫੀ ਨੇ, ਬਜ਼ੁਰਗ ਨੇ, ਕਾਦਰੀ ਸਿਲਸਿਲੇ ਦੇ ਬਜ਼ੁਰਗ ਸਾਂ। ਔਰ ਇਹਨਾਂ ਦਾ ਜਿਹੜਾ ਹੈ ਨਾ ਜੀ, ਖੜੀ ਦੇ ਮੁਤਲਕ ਜਿੱਥੇ ਪੈਦਾ ਹੋਏ ਨੇ ਉਹਦੇ ਮੁਤਲਕ ਇੱਕ ਸ਼ੇਰ ਇਹਨਾਂ ਦਾ ਆਪਣਾ ਹੈ ਕਿ ਜੇਲਮ ਘਾਟੂ ਪਰਬਤ ਪਾਸੇ ਮੀਰਪੁਰੇ ਥੀ ਦੱਖਣ, ਖੜੀ ਮੁਲਕ ਵਿੱਚ ਲੋੜਨ ਜਿਹੜੇ ਤਲਬ ਬੰਦੇ ਦੀ ਰੱਖਣ। ਕਿ ਇਹ ਉਹਨਾਂ ਦਾ ਆਪਣੇ ਪਿੰਡ ਜਾਂ ਦੇ ਮੁਤਲਕ ਜਾਂ ਜਿੱਥੇ ਪੈਦਾ ਹੋਏ ਨੇ। ਉਹ ਕਹਿੰਦੇ ਨੇ ਕਿ ਜਿਹੜਾ ਯਾਨੀ ਦਰਿਆ ਜੇਹਲਮ ਦੇ ਕਿਨਾਰੇ ਦੇਵੇ, ਕਿਉਂਕਿ ਮੀਰਪੁਰ ਤੋਂ ਜੇ ਦਰਿਆ ਜੇਹਲਮ ਅੱਗੇ ਮੰਗਲਾ ਤੇ ਮੰਗਲਾ ਤੋਂ ਫਿਰ ਉਹ ਜੇਹਲਮ ਵਿੱਚ ਆ ਜਾਂਦਾ ਹੈ। ਤੇ ਫਿਰ ਇਹ ਜਿਹੜਾ ਮੀਆਂ ਮੁਹੰਮਦ ਬਖਸ਼ ਦਾ ਰਹਿਣ ਵੀ ਉਹ ਖੜੀ ਤੁਸੀਂ, ਤੇ ਫਿਰ ਉੱਥੇ ਹੀ ਉਹਨਾਂ ਦਾ ਮਜ਼ਾਰ ਵੀ ਬਾਅਦ ਦੇ ਵਿੱਚ ਬਣਿਆ। ਤੇ ਇਹਨਾਂ ਦਾ ਜਨਾਬ ਖੜੀ ਦਾ ਤੇ ਜ਼ਿਕਰ ਹੋ ਗਿਆ। ਹੁਣ ਇਹਨਾਂ ਦਾ ਜਿਹੜਾ ਹੋਰ ਤਾਰਫ ਹੈ ਨਾ ਜੀ, ਉਹ ਵੀ ਦੱਸਦੇ ਨੇ ਆ ਕਿ पैदाइश का साल दस दिता है, वफात का भी दस दिता है। और झेलम घातों परबत पासे मीरपुरे थी दखन ते खड़ी मुल्क विच लोड़न जेड़े तलब बंदे दी रखन। वो कहंदे जेड़े उत्थे दे रहने वाले ने, जेड़े उत्थे जांदे ने, वो बंदे दी तलब उन्हां नूं आंदी है, महबूब दी तलब होंदी है असल च, जो वो उन्हां दा कह लो तलाश करते ने। इन्हां ने जी इब्तदाई तालीम अपने वालिद साहब कोलों हासिल की। इन्हां दे जिहड़े वालिद साहब ने उन्हां दा नां जिहड़ा ना मियां शमसुद्दीन सी। और खड़ी शरीफ दे विच जिहड़ा मज़ार है ना पीरे शाह गाजी अल मरूफ दमनी वाली सरकार, उन्हां दे मज़ार दे इन्हां दे वालिद साहब सजादा नशीन सन, जिहड़े मियां शमसुद्दीन साहब सन। ते उन्हां दे बेटे ने को मियां मुहम्मद बख्श। ते उन्हां दा जिहड़ा मशहूर है ना जी वजह शोहरत, उन्हां ने जिहड़ी सैफुल मलूक लिखी है किताब, ਉਹਨੂੰ ਸਫਰੁਲ ਇਸ਼ਕ ਉਹਦਾ ਅਸਲ ਨਾਂ ਹੈ। ਅਸਲ ਜਿਹੜਾ ਉਹਨਾਂ ਦੇ ਸ਼ੇਰੀ ਕਲਾਮ ਹੈ ਨਾ ਜੀ, ਉਹਨੂੰ ਸਫਰੁਲ ਇਸ਼ਕ ਕਹਿੰਦੇ ਨੇ ਕਿ ਇਸ਼ਕ ਦੀ ਮੰਜ਼ਿਲ ਦੇ ਜਿਹੜੇ ਮੁਸਾਫਰ ਨੇ, ਉਹਦੇ ਜਿਹੜੇ ਚੱਲਣ ਵਾਲੇ ਨੇ, ਉਹਨਾਂ ਨੂੰ ਸੈਫੁਲ ਮਲੂਕ ਦਾ ਮੁਤਾਲਿਆ ਕਰਨਾ ਚਾਹੀਦਾ। ਤੇ ਇਹ ਕਿਤਾਬ ਜਨਾਬ ਹਸਤੋਨੀਸ ਦੀ ਜਿਹੜੀ ਹੈ ਨਾ, ਇਹ ਰੈਫਰੈਂਸ ਬੁੱਕ ਮੈਂ ਪੇਸ਼ ਕਰ ਰਿਹਾ। ਇਹਦੇ ਤੋਂ ਵੀ ਪੜ੍ਹਾਂਗੇ ਤੇ ਇੱਕ ਹੋਰ ਕਿਤਾਬਾਂ ਨੇ ਉਹਨੂੰ ਮਿਲਾ ਕੇ ਪੜ੍ਹਾਂਗੇ। ਤੇ ਇਹ ਇੱਥੇ ਹਸਤੋਨੀਸ ਦੇ ਵਿੱਚ ਮੌਜੂਦ ਸੀ ਤੇ ਇਹਦਾ ਮੈਂ ਕੁਛ ਮੁਤਾਲਿਆ ਕੀਤਾ ਹੈ ਤੇ ਨਾਲ ਥੋੜਾ ਜਿਹਾ ਹੋਰ ਵੀ ਤੁਹਾਨੂੰ ਪੇਸ਼ ਕਰਨੇ ਆ। ਅੱਛਾ, ਹੁਣ ਇਹ ਇਹਨਾਂ ਦਾ ਜਨਾਬ ਇਹ ਬਹੁਤ ਸਾਰੇ ਨਾ ਇਹਨਾਂ ਨੇ ਕਿਤਾਬ ਆਲਮ ਦੀਨ ਸਾਂ ਜਿਹੜੇ ਮੁਹੰਮਦ ਬਖਸ਼ ਸਾਂ, ਮੀਆਂ ਮੁਹੰਮਦ ਬਖਸ਼। ਔਰ ਇਹਨਾਂ ਦੀ ਜਿਹੜੀਆਂ ਤਸਨੀਫਾਂ ਲਿਖੀਆਂ ਨੇ ਨਾ, ਉਹ ਕਈ ਨੇ। ਮਸਲਨ ਕਿੱਸਾ ਸੋਹਣੀ ਮਹੀਵਾਲ ਵੀ ਇਹਨਾਂ ਨੇ ਲਿਖਿਆ ਹੈ, ਤੋਹਫਾ ਮੀਰਾ ਇਹਨਾਂ ਨੇ ਲਿਖਿਆ ਹੈ, ਕਰਾਮਾਤੇ ਗੌਸਲ ਆਜ਼ਮ ਲਿਖਿਆ ਹੈ,
ਤੋਹਫਾ ਰਸੂਲੀਆ ਲਿਖਿਆ ਹੈ, ਕਿੱਸਾ ਸ਼ੇਖ ਜ਼ਨਾਨ ਸ਼ੀਰੀ ਫਰਹਾਦ, ਨਹਿਰੰਗ ਇਸ਼ਕ ਸਹੀ ਖਵਾਸ ਹਾਂ, ਮਿਰਜ਼ਾ ਸਾਹਿਬਾਂ ਸ਼ਾਹ ਮੰਸੂਰ, ਹਦਾਇਤੁਲ ਮੁਸਲਿਮੀਨ, ਗੁਲਜ਼ਾਰ ਫਕਰ, ਤਜ਼ਕਰਾ ਮੁਕੀਮੀ ਮਸ਼ਹੂਰ ਕਿਤਾਬਾਂ ਨੇ, ਤੇ ਕੁਝ ਸੀ ਹਰਫੀਆਂ ਗਜ਼ਲਾਂ ਦੋੜੇ ਜਿਨ੍ਹਾਂ ਦਾ ਸ਼ੁਮਾਰ ਹੀ ਨਹੀਂ, ਉਹ ਮੀਆਂ ਮੁਹੰਮਦ ਦੀਆਂ ਤਸਨੀਫਾਂ ਵਿੱਚ ਸ਼ਾਮਲ ਨੇ। ਇਹ ਉਹਨਾਂ ਦਾ ਜੀ ਕਿਤਾਬਾਂ ਦਾ ਇਹ ਵਰਕ ਬੁੱਕ ਹੈ ਜਿਹੜਾ ਉਹਨਾਂ ਨੇ ਪੇਸ਼ ਕੀਤਾ। ਔਰ ਇਹਨਾਂ ਨੇ ਜਿਹੜੇ ਜੀ ਇਹਨਾਂ ਦੀ ਸ਼ਾਇਰੀ ਦੇ ਮੁਤਲਕ ਨਾ, ਜਾਂ ਆਪਣੀ ਸ਼ਾਇਰੀ ਦੇ ਮੁਤਲਕ ਉਹਨਾਂ ਨੇ ਇੱਕ ਦੋ ਵੀ ਬੰਦ ਆਖੇ ਨੇ ਕਿ ਇਹ ਸ਼ਾਇਰੀ ਦਾ ਯਾਨੀ ਸਟੇਟਸ ਹੈ ਨਾ ਉਹ ਕਿਸ ਕਿਸਮ ਦੀ। ਉਹ ਕਹਿੰਦੇ ਨੇ ਜੀ, ਕਿਸੇ ਹੋਰ ਕਿਸੇ ਦੇ ਅੰਦਰ ਦਰਦ ਆਪਣੇ ਕੁਝ ਹੋਵਨ, ਬਿਨ ਪੀੜਾਂ ਤਾਸੀਰਾਂ ਨਾਹੀ ਬੇਪੀੜੇ ਕਦਰੋਵਨ, ਦਰਦ ਹੋਵੇ ਤਾਂ ਹਾਂ ਨਿਕਲਦੀ ਕੋਈ ਨਾ ਰਹਿੰਦਾ ਜਰ ਕੇ, ਦਿਲਬਰ ਆਪਣੇ ਦੀ ਗੱਲ ਕਰੀਏ ਹੋਰਾਂ ਨੂੰ ਮੂੰਹ ਧਰ ਕੇ, ਜਿਸ ਵਿੱਚ ਗੱਜੀ ਰਮਜ਼ ਨਾ ਹੋਵੇ ਦਰਦਮੰਦਾਂ ਦੇ ਹਾਨੂੰ, ਬਿਹਤਰ ਚੁੱਪ ਮੁਹੰਮਦ ਬਖਸ਼ਾ ਸੋਹਨ ਅਜੇ ਨਾਲੋਂ। ਉਹ ਕਹਿੰਦੇ ਨੇ ਜੀ ਜਿਸ ਕਲਾਮ ਦੇ ਵਿੱਚ ਦਰਦ ਨਹੀਂ ਨਾ ਹੈ ਉਹ ਕਲਾਮ ਕੋਈ ਕਲਾਮ ਨਹੀਂ। ਆਪਣੇ ਕਲਾਮ ਨੂੰ ਉਹਨਾਂ ਨੇ ਬੇਸ਼ੱਕ ਚਲੋ ਖਰਾਜੇ ਤਸੀਨ ਪੇਸ਼ ਕੀਤਾ ਹੈ, ਲੇਕਿਨ ਉਹ ਗੱਲ ਬੜੀ ਉੱਚੀ ਕਰ ਗਏ ਨੇ। ਤੇ ਨਾਲ ਇੱਕ ਹੋਰ ਵੀ ਆਪਣੇ ਕਲਾਮ ਦੇ ਮੁਤਲਕ ਕਹਿੰਦੇ ਨੇ ਜੀ ਕਿ ਬਾਤ ਮਜਾਜ਼ੀ ਰਿਮਜ਼ ਹਕਾਨੀ, ਵਨ ਵਨਾਂ ਦੀ ਕਾਠੀ, ਤੇ ਸਫਰਲ ਇਸ਼ਕ ਕਿਤਾਬ ਬਣਾਈ ਸੈਫ ਛਪੀ ਵਿੱਚ ਲਾਠੀ। ਸਫਰਲ ਇਸ਼ਕ ਹੈ ਨਾ ਜੀ ਹੈ, ਤੇ ਉਹ ਸਫਰਲ ਇਸ਼ਕ ਦਾ ਵਿੱਚ ਉਹਨਾਂ ਨੇ ਤਜ਼ਕਰਾ ਕਰ ਦਿੱਤਾ ਹੈ, ਸਫਰਲ ਇਸ਼ਕ ਕਿਤਾਬ ਬਣਾਈ ਸੈਫ ਛਪੀ ਵਿੱਚ ਲਾਠੀ, ਜਿਨ੍ਹਾਂ ਤਲਬ ਕਿਸੇ ਦੀ ਹੋਸੀ ਸੁਣ ਕੇ ਸਾ ਖੁਸ਼ ਹੋਸਨ, ਜਿਨ੍ਹਾਂ ਜਾਗ ਇਸ਼ਕ ਦੀ ਸੀਨੇ ਜਾਗ ਸਵੇਰੇ ਰੋਸ਼ਨ। ਇਹ ਉਹਨਾਂ ਨੇ ਆਪਣਾ ਜੀ ਕਲਾਮ ਦਾ ਨਾ ਇਹਨੂੰ ਦੱਸਿਆ ਹੈ ਕਿ ਇਸ ਦਾ ਮੈਂ ਨਾ ਕਿਸ ਤਰ੍ਹਾਂ ਇਹਨੂੰ ਜੋੜਨਾ ਸ਼ੁਰੂ ਕੀਤਾ, ਔਰ ਆਪਣੀ ਸ਼ਾਇਰੀ ਲਈ ਆਪਣੀ ਰਾਏ ਵੀ ਯਾਨੀ ਉਹ ਰੱਖਦੇ ਨੇ। ਤੇ ਕਹਿੰਦੇ ਨੇ ਕਿ ਅਹਿਮਦ ਯਾਰ ਹਿਜ਼ਰ ਥੀ ਪਾਈ ਸਬਜ਼ੀ ਬਾਗ ਸੁਹੰਦੀ, ਮੈਨੂੰ ਪੀਰ ਮੇਰੇ ਨੇ ਬਖਸ਼ੀ ਅਜਬ ਬਹਾਰ ਚਮੰਦੀ, ਕਲਕ ਮੇਰੀ ਇੱਕ ਹਰਨ ਹਤਨ ਦਾ ਬਿਲਨ ਨਾ ਵੇ ਵਛੇਰੇ, ਹਰ ਜੰਗਲ ਕਸਤੂਰੀ ਜੱਲੇ ਛੰਡਦੀ ਜਾਏ ਚੁਫੇਰੇ, ਤੀਰ ਜ਼ਬਾਨ ਕਲਮ ਥੀ ਅੱਗੇ ਜਾਵੇ ਕਿਤਨੀ ਮੰਜ਼ਿਲ, ਤਿਰਖੀ ਤਬਾ ਜ਼ਬਾਨੋਂ ਮੇਰੀ ਕੀਤੀ ਮੁਰਸ਼ਿਦ ਕਾਮਲ, ਤਾਲਬ ਹੋਵਨ ਲਿਖਣ ਵਾਲੇ ਹੋਸ਼ ਹੋਵੇ ਵਿੱਚ ਥਾਵੇਂ, ਰਾਤੀ ਵਹਿ ਲਿਖਦੇ ਚਲਨ ਘੜੀ ਨਾ ਜਾਸਨ ਭਾਵੇਂ, ਆਪੋ ਜੋੜਨ ਆਪੋ ਲਿਖਣ ਆਜ਼ਾਦਾਂ ਕਮ ਭਾਰੇ, ਹੋਰ ਹੋਵੇ ਜੋ लिखन वाला ता वो हाड़ा पावे। इनके मुर्शिद कौन थे जी? वो मैं बयान कर रहा हूँ। इनके जो मुर्शिद है ना जी वो दो हैं। इन्हों की बैत का जी जो सिलसिला है ना वो बड़ा अजीब है कि इन्हों के जोड़े ने ना वालिद साहब मियाँ शमसुद्दीन साहब वो पीरे शाह गाजी दे थे, वो ऐसा गद्दी नशीन सन और मुरीद सन। इन्हों के वालिद साहब सन क्योंकि उत्थे वो कादरी सिलसिले के बुजुर्ग ने जिथे इन्हों का मज़ार है। अच्छा ये इन्होंने जिसले थोड़ी होश संभाली ना तो इन्हों ਜਿਹੜੇ ਇਹਨਾਂ ਦੇ ਵਾਲਿਦ ਸਾਹਿਬ ਦੇ ਮੁਰਸ਼ਿਦ ਸਨ ਨਾ ਜਿਨ੍ਹਾਂ ਦੇ ਜ਼ਿਆਦਾ ਨਸ਼ੀਨ ਸਨ ਉਹ ख्वाब 'ਚ ਆ ਕੇ ਮਿਲੇ ਪੀਰ ਸ਼ਾਹ ਗਾਜ਼ੀ ਮੀਆਂ ਮੁਹੰਮਦ ਬਖਸ਼ੀ ਤੇ ਉਹਨਾਂ ਨੇ ਹੁਕਮ ਦਿੱਤਾ ਕਿ ਪੀਰ ਸਾਈਂ ਗੁਲਾਮ ਮੁਹੰਮਦ ਉੱਥੇ ਨਾ ਜੀ ਕਸ਼ਮੀਰ ਦੇ ਇਲਾਕੇ 'ਚ ਮੀਰਪੁਰ ਦੇ ਕਰੀਬ ਹੀ ਗੁਲਾਮ ਮੁਹੰਮਦ ਜਿਹੜੇ ਸਨ ਸਾਈਂ ਗੁਲਾਮ ਮੁਹੰਮਦ ਉਹ ਪੀਰ ਸ਼ਾਹ ਗਾਜ਼ੀ ਦੇ ਖਲੀਫਾ ਯਾਨੀ ਰੂਹਾਨੀ ਫਰਜ਼ੰਦ ਸਨ। ਤੇ ਕਲਰੋੜੀ ਸ਼ਰੀਫ ਉਹਨਾਂ ਦਾ ਡੇਰਾ ਸੀ। ਉੱਥੇ ਨਾ ਇੱਕ ਜਗ੍ਹਾ ਹੈ ਕਲਰੋੜੀ ਸ਼ਰੀਫ ਖੜੀ ਸ਼ਰੀਫ ਦੇ ਨਾਲ ਹੀ, ਉਹ ਉਹਨਾਂ ਦੇ ਮੁਰਸ਼ਿਦ ਸਨ ਤੇ ਉਹਨਾਂ ਦੀ ਬੈਤ ਉਹਨਾਂ ਨੇ ਪੀਰ ਸ਼ਾਹ ਗਾਜ਼ੀ ਨੇ ਕਿਹਾ ਕਿ ਉਹਨਾਂ ਦੀ ਜਾ ਕੇ ਤੁਸੀਂ ਬੈਤ ਕਰ ਲਓ। ਅੱਛਾ ਉਹਨਾਂ ਕੀ ਕੀਤਾ, ਉਹਨਾਂ ਕੋਲ ਜਿਸ ਗਏ ਨਾ ਤੇ ਉਹਨਾਂ ਨੇ ਕਿਹਾ ਕਿ ਚਲੋ ਮੈਂ ਜਨਾਬ ਤੁਹਾਡਾ ਮੁਰੀਦ ਹੋਣਾ ਆ, ਤੇ ਉਹਨਾਂ ਨੇ ਕਿਹਾ ਕਿ ਨਹੀਂ ਐਸਾ ਨਹੀਂ ਮੁਰੀਦ ਹੋਣਾ, ਤੁਸੀਂ ਤੁਹਾਨੂੰ ਜਿਨ੍ਹਾਂ ਨੇ ਕੱਲਿਆ ਨਾ ਪੀਰ ਸ਼ਾਹ ਗਾਜ਼ੀ ਨੇ ਉਹਨਾਂ ਦੇ ਮਜ਼ਾਰ ਤੇ ਚੱਲਨੇ ਆ ਤੇ ਉੱਥੇ ਜਾ ਕੇ ਤੁਹਾਨੂੰ ਮੁਰੀਦ ਕਰਨੇ ਆ। ਅੱਛਾ ਉਹਨਾਂ ਜਨਾਬ ਫਿਰ ਪੀਰ ਸ਼ਾਹ ਗਾਜ਼ੀ ਦੇ ਮਜ਼ਾਰ ਤੇ ਆ ਕੇ ਨਾ ਮੀਆਂ ਮੁਹੰਮਦ ਬਖਸ਼ ਕੋਲੋਂ ਬੈਤ ਲਈ ਤੇ ਨਾਲ ਹੀ ਹੁਕਮ ਦਿੱਤਾ ਕਿ ਕਸ਼ਮੀਰ
ਦੇ ਵਿੱਚ ਨਾ श्रीनगर एक जगह है मकबूजा ऑक्यूपाइड, ਉਹ ਜਿਹੜਾ श्रीनगर है ना, ਉਹ ਮੇਰਾ ਮਕਬੂਜ਼ਾ ਕਸ਼ਮੀਰ ਹੈ ਨਾ ਜੀ, ਉਹਦਾ ਉਹ ਕੈਪੀਟਲ ਹੈ, ਇੰਡੀਆ ਦੇ ਕਬਜ਼ੇ ਵਿੱਚ ਇਸ ਵੇਲੇ। ਤੇ श्रीनगर ਦੇ ਵਿੱਚ ਉਹ ਕਹਿੰਦੇ ਨੇ ਸ਼ੇਖ ਅਹਿਮਦ ਵਲੀ ਇੱਕ ਬਜ਼ੁਰਗ ਨੇ, ਉਹਨਾਂ ਕੋਲ ਤੁਸੀਂ ਜਾਓ ਤੇ ਬਾਕੀ ਫੈਜ਼ ਤੁਹਾਡਾ ਉੱਥੇ। ਉਹ ਫਿਰ ਮੀਆਂ ਮੁਹੰਮਦ ਬਖਸ਼ ਸਾਹਿਬ ਖੜੀ ਸ਼ਰੀਫ ਤੋਂ ਫਿਰ ਟਰੈਵਲ ਕਰਦੇ ਹੋਇਆ ਨਾ, ਪਹਾੜਾਂ ਦਾ ਸਫ਼ਰ ਕਰਦੇ ਹਾਂ, ਤੇ ਫਿਰ ਸ਼ੇਖ ਅਹਿਮਦ ਵਲੀ ਦੀ ਖਿਦਮਤ 'ਚ ਹਾਜ਼ਰ ਹੋਏ ਤੇ ਉਹਨਾਂ ਨੇ ਫਿਰ ਆਪਣੇ ਜਿਹੜਾ ਨਾ ਉਹਨਾਂ ਨੂੰ ਮੁਰੀਦ ਕੀਤਾ ਤੇ ਨਾਲ ਹੀ ਖਿਲਾਫਤ ਦੀ ਦਸਤਾਰ ਵੀ ਦੇ ਦਿੱਤੀ। ਹਾਂਜੀ, ਉਹ ਮੀਆਂ ਉਹ ਪੀਰ शाह गाजी ਦੇ ਖਲੀਫਾ ਸਨ, कादरी है, कादरियों के मुतल्लिक ना उन्होंने गौस पाक के मुतल्लिक नज़मां भी लिखियां ने, वो भी उन्हें तुहानूं पढ़ के सुनाने। अच्छा जी, सफरुल इश्क आख्या हूँ थोड़ा जाना जी एक होर अदफार इन शामिल करने, फिर अगे चलने 148 139। अच्छा, एक जिहड़ा इन्हां दा खासा है ना जी, जिहड़ा मियां मुहम्मद बख्श दा, उन्होंने पुराने शोरान नूं बड़ा खराजे तहसीन पेश किया है। जिहड़े पहले होए ने ना, जिन्हां दे असीं प्रोग्राम कर चुके हैं, मसलन बाबा फरीद ने, शाह हुसैन ने, सुल्तान बाऊ ने, बाबा बुल्ले शाह ने, शाह वारिस शाह ने, तो वो कहते हैं कि ए मेरी सैफुल मुलूक कोई एडा उच्चा बयान नहीं, मेरे तो पहले बड़े बड़े शायर हुए ने, तो उन्होंने उन्होंने जिहड़ा खराजे तहसीन पेश किया ना जी, वो है 2 शेरां विच। वो कहते ने अगे यानी पहले अगे सही बख्तेरे होए शायर चंग चंगेरे, अगे सही बख्तेरे होए शायर चंग चंगेरे, निक्के वड्डे मुहम्मद बख्शा मैं थी सब उचेरे। कहते ने मेरे तो सारे उच्चे ने, शायर बहुत पंजाब विच दे होए दानिश वाले, काफी 12 माह जिन्हां दे दौड़े बेत उजाले। वो कहते ने वो शायर हो रहे ने जिन्हां ने काफियां आखियां ने, 12 माए आखे ने। 12 माए किदे ने पता जी, किदे ने 12 माए? बाबा बुल्ले शाह ने 12 महीनियां ते 12 नज़मां लिखियां ने। असीं वो पिछले बाबा बुल्ले शाह दे प्रोग्राम दे विच 1-2 महीनियां दे मुतल्लिक पढ़िया भी सी नज़म। ये कहते ने जी शायर बहुत पंजाब जमीन दे होए दानिश वाले, काफी 12 माह जिन्हां दे दौड़े बीत उजाले। दौड़े हुए ने बाबा फरीद दे, काफियां शाह हुसैन दियां ने, ते 12 माए बाबा बुल्ले शाह दे। ठीक है जी, बीत उजाले और भी कई शायरां ने कुछ लिखा है। फिर वो कहते ने जी सारियां नूं खराजे तहसीन पेश करदे होया, हिकना जोड़ किताबां लिखियां, हिकना जोड़ किताबां लिखियां, किसे होर रसाले, किधर गए ओ संग मोहम्मद करके वेख संभाले। वो कहते सारा वर्क जिहड़ा है ना कंपाइल होया है, किताबां दे विच मौजूद है, ते जिन्हें जो कुछ किया है ना सारियां दे सामने। अच्छा जी, फिर वो एक और सैफुल मलूक का जिहड़ा सफरुल इश्क है ना, जिहड़ा सी एक थोड़ा जिहा तारफ किया है, ਉਹਦੇ बारे एक शेर च कहंदे ने कि नाज नियाज ते सफर आशिक दा, नाज नियाज ते सफर आशिक दा ऐस किसे विच आया। जिहड़ा किस्सा है ना जी सैफुल मलूक दा, जिहड़ा असीं इंशाअल्लाह पढ़ांगे, ਉਹਦੀ तारीफ करते हो कहते हैं कि नाज नियाज ते सफर आशिक दा ऐस किसे विच आया, सफरुल इश्क मोहम्मद बख्शा नाम दलीलों पाया। वो कहते हैं दलील दे नाल पेश करांगे। और हुण शुरू करिए जी कलाम उन्हां दा। कलाम बड़ा उच्चा है जी, और तसनीफा भी हो गई, पैदाइश हो गई सैफुल मलूक दा। ये जो कलाम है इसमें उधर पहाड़ी जुबान है ना, कश्मीर की तरफ का इलाका है जी जी, तो जो जुबान है बाकियों से थोड़ी मुख्तलिफ होगी हिंदू टाइप की। हाँ वो ये पंजाब है तो ये पंजाबी है, तो ये पंजाबी जुबान है, लेकिन ਇਹਦਾ ना थोड़ा ਜਿਹਾ कल्चर है पहाड़ी इलाके ना, तो वो पहाड़ां उत्ते रहिंदे सन ना जी, तो इस वास्ते थोड़ा जिहा अल्फाज कोई पहाड़ी जुबान दे भी ने, कश्मीरी जुबान दे ने, कोई हिंदको जुबान दे ने, तो वो मिक्स होए ने, लेकिन एडे मुश्किल नहीं, वो आम समझ आ रहे ने। अच्छा जी, हुण सैफुल मलूक जिहड़ा शहजादा है ना जी, ਉਹਦੇ ਮੁਤਲਕ वो कहंदे ने दास्तान सैफुल मलूक
सुनो हसन मैमिंदी वाली वसां खोल हकायत, जिथों ऐस किसे दी होवे जाहिर, जिथों ऐस किसे दी अव्वल जाहिर होई रवायत। खबरां घिन किताबां विचों किस्सा जोड़ सुनाया, वल्ला आलम उस जमाने क्यों कर हाल विहाया। ਇਹ ਅਸਲ 'ਚ ਜਿਹੜਾ ਸੀ ਨਾ ਜੀ ਸੈਫੁਲ ਮਲੂਕ, ਇਹ ਹੈ ਤੇ ਮਿਸਰ ਦਾ ਸ਼ਹਿਜ਼ਾਦਾ ਸੀ, ਮਿਸਰ ਦਾ ਸ਼ਹਿਜ਼ਾਦਾ ਸੀ। ਤੇ ਸਟੋਰੀ ਇਹ ਸ਼ੁਰੂ ਹੁੰਦੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਗਜ਼ਨੀ ਸ਼ਹਿਰ ਹੈ, ਤੇ ਉੱਥੇ ਦਾ ਜਿਹੜਾ ਬਾਦਸ਼ਾਹ ਸੀ ਨਾ, ਸ਼ਾਹ ਮਹਿਮੂਦ ਉਹਦਾ ਨਾਂ ਸੀ। ਤੇ ਉਹ ਸੁਲੇਮਾਨ ਬਖਤ ਤੇ ਹੋਰ ਉਹਦੇ ਜਿਹੜੇ ਸਾਥੀ ਸਨ ਮਸ਼ੀਰ ਵਗੈਰਾ, ਉਹਨੂੰ ਕਿਸੇ ਸੁਣਨ ਦੀ ਆਦਤ ਸੀ। ਤੇ ਉਹਦੇ ਜਿਹੜੇ ਵਜ਼ੀਰਾਂ ਮਸ਼ੀਰਾਂ 'ਚ ਉਹਨਾਂ ਕਿਸੇ ਨੇ ਉਹ ਮਿਸਰ ਦੇ ਸ਼ਹਿਜ਼ਾਦੇ ਸੈਫੁਲ ਮਲੂਕ ਦਾ ਜ਼ਿਕਰ ਕੀਤਾ, ਤੇ ਉਹਦੀ ਮੁਹੱਬਤ ਜਿਹੜੀ ਸੀ ਬਦੀਉ ਜਮਾਲ ਨਾਲ, ਉਹਦਾ ਜ਼ਿਕਰ ਕੀਤਾ। ਤੇ ਉਹਨਾਂ ਕਿਹਾ ਫਿਰ ਜਾਓ ਇਹ ਸਾਰਾ ਕਿੱਸਾ ਲੱਭ ਕੇ ਲਿਆਓ। ਉਹਨੇ ਫਿਰ ਇੱਕ ਵਜ਼ੀਰ ਨੂੰ ਭੇਜਿਆ ਜੀ, ਮਿਸਰ ਭੇਜਿਆ, ਕਿਸੇ ਨੂੰ ਸ਼ਾਮ ਭੇਜਿਆ। ਉਹ ਸਾਰੇ ਉੱਥੋਂ ਉਹ ਕਿੱਸਾ ਲੈ ਕੇ ਆਏ, ਜਿਹਨੂੰ ਕਿ ਸੈਫੁਲ ਮਲੂਕ ਨੇ ਦਾ ਨਾਂ ਦੇ ਕੇ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਮਜਾਜ਼ ਦਾ ਰੰਗ ਦਿੱਤਾ ਪਹਿਲੇ, ਤੇ ਉਸ ਤੋਂ ਬਾਅਦ ਫਿਰ ਹਕੀਕਤ ਦੇ ਰੰਗ 'ਚ ਲਿਆ ਕੇ ਤੇ ਸੈਫੁਲ ਮਲੂਕ ਦੇ ਨਾਂ ਤੋਂ ਇਹ ਦਾਸਤਾਨ ਬਿਆਨ ਕਰ ਦਿੱਤੀ। ਅੱਛਾ, ਹੁਣ ਇਹਦੇ ਵਿੱਚ ਜਿਹੜਾ ਨਾ ਜਿਹੜੀ ਪਰੀ ਹੈ ਨਾ ਜੀ ਬਦੀਉ ਜਮਾਲ, ਉਹਦਾ ਵੀ ਇਹਨਾਂ ਨੇ ਨਕਸ਼ਾ ਖਿੱਚਿਆ ਕਿ ਜਿਸ ਤਰ੍ਹਾਂ ਅਸੀਂ ਹੀਰ ਰਾਂਝਾ ਦੇ ਵਿੱਚ ਹੀਰ ਦੀ ਤਾਰੀਫ ਕੀਤੀ ਸੀ ਕਿ ਹੀਰ ਕਿੰਨੀ ਕੁ ਖੂਬਸੂਰਤ ਹੋ ਸਕਦੀ, ਤੇ ਇਹਦੇ 'ਚ ਇੱਕ ਉਹਨਾਂ ਨੇ ਉਨਵਾਨ ਲਿਖਿਆ ਹੈ, ਜਿਹੜੀ ਬਦੀਉ ਜਮਾਲ ਪਰੀ ਹੈ ਨਾ ਜੀ, ਉਹਦੀ ਤਾਰੀਫ ਕੀਤੀ ਹੈ ਮੀਆਂ ਮੁਹੰਮਦ ਸਾਹਿਬ ਨੇ, ਔਰ ਸੁਣਨ ਵਾਲੀ ਤਾਰੀਫ ਹੈ। ਉਹ ਕਹਿੰਦੇ ਨੇ ਪਰੀ ਬਦੀ ਜਮਾਲ ਖਲੋਤੀ ਵਾਂਗਰ ਸਰਾ ਆਜ਼ਾਦੇ। ਬਦੀ ਜਮਾਲ ਪਰੀ, ਤੁਸੀਂ ਅੰਦਾਜ਼ਾ ਲਾ ਲਓ ਕਿ ਪਰੀ ਜਿੱਥੇ ਖੜੀ ਹੋਵੇ ਔਰ ਹੋਵੇ ਵੀ ਖੂਬਸੂਰਤ, ਤੇ ਉਹਨੂੰ ਫਿਰ ਉਹਨਾਂ ਨੇ ਸਰੂ ਦਾ ਨਾਮ ਦਿੱਤਾ ਹੈ। ਸਰੂ ਹੈ ਨਾ ਜੀ, ਸਰੂ ਦਾ ਦਰਖਤ। ਉਹ ਕਹਿੰਦੇ ਨੇ ਪਰੀ ਬਦੀ ਜਮਾਲ ਖਲੋਤੀ ਵਾਂਗਰ ਸਰੂ ਆਜ਼ਾਦੇ, ਸਰ ਤੇ ਛਤਰ ਛਾਂ ਬਣਾਈ ਰੱਖ ਘਨੇ ਸ਼ਮਸ਼ਾਦੇ, ਸ਼ਹਿਜ਼ਾਦੇ ਵੱਲ ਅੱਖੀ ਲਾਈਆਂ ਤਕਦੀ ਮੋਲ ਨਾ ਝਮਕੇ, ਸਨ ਸਨ ਰਾਗ ਹਿਆਲ ਗਮਾਂ ਦੇ ਦੋ ਪਰਮ ਦੀ ਰਮਕੇ, ਆਨ ਹੋਈ ਤਾਸੀਰ ਇਸ਼ਕ ਦੀ ਲਗਾ ਤੀਰ ਕਮਾਨੂ, ਵਸਰ ਨਿਕਲ ਗਿਆ ਬਨ ਹੁਦੀਆਂ ਜਾਨੂ ਦਿਲੋਂ ਇਮਾਨੂ, ਮੁੜ ਮੁੜ ਹਿਰਸ ਕਰੇਂਦੀ ਹਿਲੇ ਕੋਟ ਸ਼ਰਮ ਦੇ ਡਾਹਾਂ, ਢਾਈ ਮਾਰ ਢਾਹਾਂ ਸਰ ਪਰਨੇ ਕੋਕਾਂ ਸਰ ਧਰ ਬਾਵਾਂ, ਫੇਰ ਸ਼ਰਮ ਲਸਿਆ ਤੱਕ ਕੇ ਅਕਲ ਹਮਾਇਤ ਕਰਦਾ, ਰੱਖ ਤਹਮਲ ਯਾਰ ਮਿਲੇਗਾ ਲਾ ਨਹੀਂ ਅੱਜ ਪਰਦਾ। ਲਾ ਨਹੀਂ ਅੱਜ ਪਰਦਾ ਦਾ ਮਤਲਬ ਹੈ ਕਿ ਥੋੜਾ ਜਿਹਾ ਉਹਨੇ ਪਰਦਾ ਕੀਤਾ ਸੀ, ਤੇ ਉਹ ਫਿਰ ਉਹਨਾਂ ਨੇ ਉਹਦੀ ਤਾਰੀਫ ਕੀਤੀ, ਤੇ ਉਹਨਾਂ ਕਿਹਾ ਕਿ ਥੋੜਾ ਜਿਹਾ ਪਰਦਾ ਜਿਹੜਾ ਉਹ ਸਰਕਾਓ ਤਾਂ ਕਿ ਪੂਰਾ ਦੀਦਾਰ ਹੋ ਜਾਏ। ਅੱਛਾ, ਅੱਗੇ ਜੀ ਇੱਕ ਜਿਹੜਾ ਹੁੰਦਾ ਹੈ ਨਾ ਸ਼ਿਕਾਰੀ, ਸ਼ਿਕਾਰੀ ਸਮਝਦੇ ਹੋ? ਦੋ ਕਿਸਮ ਦੇ ਸ਼ਿਕਾਰੀ ਹੁੰਦੇ ਨੇ, ਇੱਕ ਤੇ ਹੁੰਦੇ ਨੇ ਕਬੂਤਰਾਂ ਦੇ ਸ਼ਿਕਾਰੀ, ਤੇ ਕੋਈ ਦੁਨੀਆਂ ਦੇ ਮਾਲ ਦੇ ਸ਼ਿਕਾਰੀ। ਕਈ ਸ਼ਿਕਾਰੀ ਹੁੰਦੇ ਨੇ ਜੇ ਆਸ਼ਿਕ ਸ਼ਿਕਾਰੀ ਹੁੰਦੇ ਨੇ ਕਈ, ਤੇ ਉਹਨਾਂ ਦੇ ਮਤਲਬ ਵੀ ਮੀਆਂ ਸਾਹਿਬ ਨੇ ਬੜੀ ਰੋਸ਼ਨੀ ਪਾਈ। ਉਹ ਕਹਿੰਦੇ ਨੇ ਇੱਕ ਦਿਨ ਕਰਨ ਸ਼ਿਕਾਰ ਸ਼ਿਕਾਰੀ ਬਾਰੀ ਅੰਦਰ ਆਇਆ। ਬਾਰੀ ਦਾ ਕੀ ਮਤਲਬ ਹੈ? ਜੰਗਲ। ਇੱਕ ਦਿਨ ਕਰਨ ਸ਼ਿਕਾਰ ਸ਼ਿਕਾਰੀ ਬਾਰੀ ਅੰਦਰ ਆਇਆ, ਆ ਦਰਖਤ ਘਨੇ ਦੀ ਛਾਵੇਂ ਉਸਨੇ ਡੇਰਾ ਲਾਇਆ, ਬਾਲੇ ਬਾਜ਼ ਹਵਾਓਂ ਉੜਦਾ ਆ ਬੈਠਾ ਉਸ ਰੁੱਖ ਤੇ, ਤਮਾ ਲੋੜੇ ਮਾਸ ਨਾ ਛੋੜੇ ਆਇਆ ਜ਼ਾਲਮ ਪੁਖਤੇ। ਹੇਠ ਸ਼ਿਕਾਰੀ ਬਾਜ਼ ਉੱਤੇ ਸੀ ਵਿੱਚ ਬੈਠੀ ਇੱਕ ਕੁੱਗੀ, ਦੁਸ਼ਮਣ ਦੇਖ ਕਿਸੇ ਅੱਜ ਮੈਂ ਵੀ ਚੋਗ ਅਜਲ ਦੀ ਚੁੱਗੀ। ਹੇਠੋਂ ਸ਼ਸਤ ਸ਼ਿਕਾਰੀ ਜੋੜੇ ਤੀਰ ਕੁੱਗੀ ਨੂੰ ਲਾਵਾਂ, ਉੱਤੋਂ ਤੱਕੇ ਜੇ ਉੱਡੇ ਪਕੜ ਸ਼ਤਾਬੀ ਖਾਵਾਂ। ਕੁੱਗੀ ਜਦੋਂ ਉਹਨਾਂ ਵੱਲ ਡਿੱਠਾ ਕਰਦੀ ਫਿਕਰ ਘਨੇਰਾ, ਕਹਿੰਦੀ ਰਿਹਾ ਕਿਉਂ ਕਰ ਰੱਖੀ ਬਚਨ ਨਹੀਂ ਹੁਣ ਮੇਰਾ। ਹੇਠ ਬੈਠ ਰਹਾ ਤਾਂ ਸ਼ਸਤ ਬਰਾਬਰ ਮਾਰੇ ਤੀਰ ਸ਼ਿਕਾਰੀ, ਜੇ ਅਡਾਂ ਤਾਂ ਬਾਜ਼ ਪਕੜਸੀ ਹਰ ਪਾਸੋਂ ਮੈਂ ਮਾਰੀ। ਉਹ ਕਹਿੰਦੀ ਜੀ ਇਹ ਤੇ ਉੱਡ ਜਾਵਾਂ ਨਾ ਤੇ ਬਾਜ਼ ਖਾ ਲੇਗਾ,
ਤੇ ਇਹ ਬੈਠੀ ਰਹਾਂ ਤੇ ਸ਼ਿਕਾਰੀ ਦੇ ਨਿਸ਼ਾਨੇ ਤੇ ਆ, ਇਹ ਘੁੱਗੀ ਕਹਿ ਰਹੀ ਹੈ। ਅੱਛਾ, ਘੁੱਗੀ ਜਦੋਂ ਉਹਨਾਂ ਦਿਲ ਡਿੱਠਾ ਕਰਦੀ ਫਿਕਰ ਗਨੇਰਾ, ਕਹਿੰਦੀ ਰਹਾ ਕਿਉਂ ਕਰ ਰੱਖੀ ਬਚਨ ਨਹੀਂ ਹੁਣ ਮੇਰਾ, ਬੈਠ ਰਹਾ ਤਾਂ ਸ਼ੁਸਤ ਬਰਾਬਰ ਮਾਰੀ ਤੀਰ ਸ਼ਿਕਾਰੀ, ਜੇ ਉਡਾਂ ਤਾਂ ਬਾਜ਼ ਪਕੜਸੀ ਹਰ ਪਾਸੋਂ ਮੈਂ ਮਾਰੀ, ਤੀਰ ਲੱਗਣ ਵਿੱਚ ਦੇਰ ਨਾ ਕੋਈ ਕੁਝ ਤਦਬੀਰ ਨਾ ਚਲਦੀ, ਆਹੀ ਘੜੀ ਅਜਲ ਦੀ ਇਹੋ ਵਿੱਚ ਤਕਦੀਰ ਅਜ਼ਲ ਦੀ, ਜਾਂ ਰੱਬ ਰੱਖਣ ਤੇ ਹੋਇਆ ਕੀ ਸਬਬ ਬਣਾਇਆ। ਉਹ ਕਹਿੰਦੇ ਜਿਸ ਰੱਬ ਬਚਾਉਣ ਤੇ ਆਉਂਦਾ ਨਾ ਤੇ ਹੁਣ ਵੇਖੋ ਸਬਬ ਕੀ ਲੱਗੇ, ਜਾਂ ਰੱਬ ਰੱਖਣ ਤੇ ਆਇਆ ਤੇ ਹੋਇਆ ਕੀ ਸਬਬ ਬਣਾਇਆ, ਘੁੱਗੀ ਵੱਲ ਸ਼ਿਕਾਰੀ ਤੱਕਦਾ ਸ਼ੁਸਤ ਧਿਆਨ ਫੜਾਇਆ, ਪਿੱਛੋਂ ਨਾਗ ਚਲਾਏ ਉਸਨੂੰ ਦੰਦ ਆਲੂਦ ਜ਼ਹਿਰ ਦੇ, ਤੀਰ ਛਟਾ ਉਹ ਲਗਾ ਬਾਜ਼ੇ ਦੋਵੇਂ ਦੁਸ਼ਮਣ ਬਣਦੇ। ਯਾਨੀ ਕਿ ਡਿਵਾਈਨ ਇੰਟਰਵੈਂਸ਼ਨ, ਕਹਿੰਦੇ ਜੀ ਅੱਲਾ ਦੀ ਜ਼ਾਤ ਨੇ ਕਰਮ ਕੀਤਾ ਤੇ ਉਹ ਸ਼ਿਕਾਰੀ ਨੂੰ ਨਾਗ ਨੇ ਕੱਟਿਆ, ਉਹ ਤੀਰ ਚੱਲਿਆ ਤੇ ਬਾਜ਼ ਨੂੰ ਲੱਗ ਗਿਆ, ਤੇ ਉਹ ਘੁੱਗੀ ਨੂੰ ਅੱਲਾ ਨੇ ਬਚਾਉਣਾ ਸੀ ਤੇ ਉਹ ਆਪਣੀ ਪਰਵਾਜ਼ ਲੈ ਕੇ ਕਿਤੇ ਹੋਰ ਚਲੀ ਗਈ। ਇਹ ਜਨਾਬ ਉਹਨਾਂ ਨੇ ਬੜੀਆਂ ਅਲਾਮਤਾਂ ਵਿੱਚ ਇਸਤੇਮਾਲ ਕੀਤੀਆਂ ਨੇ, ਔਰ ਇਹ ਅਲਾਮਤੀ ਸ਼ਾਇਰ ਵੀ ਨੇ, ਔਰ ਹੋਰ ਵੀ ਬੜਾ ਗਹਿਰਾ ਗਹਿਰਾ ਕਲਾਮ ਆ ਰਿਹਾ ਜੀ। ਹੋ ਗਏ ਇਸ਼ਕ ਮੁਹੱਬਤ ਦੀ ਦਾਸਤਾਨ ਜਿਹੜੀ ਹੈ ਨਾ ਜੀ ਅੱਗੇ ਵੱਧਦੀ ਜਾ ਰਹੀ ਹੈ। ਚਲਿਏ ਜੀ ਕਈ, ਹਾਂ ਉਹ ਕਹਿੰਦੇ ਨੇ ਜੀ ਇਸ਼ਕ ਮੁਹੱਬਤ ਤੇਰੇ ਦੇ ਅੰਦਰ, ਇਸ਼ਕ ਮੁਹੱਬਤ ਤੇਰੇ ਅੰਦਰ ਮੈਂ ਮਸ਼ਹੂਰ ਜਹਾਨੀ, ਰਾਤੀ ਜਾਗਾਂ ਤੇ ਸਰਸਾੜਾਂ ਵਾਂਗ ਚਰਾਗ ਨੂਰਾਨੀ, ਨੀਂਦਰ ਪਲਕ ਨਾ ਲਾਵਨ ਦੇਂਦੀ ਨੈਣ ਜਦੋਂ ਕੇ ਲਾਏ। ਜਦੋਂ ਤੇ ਨੈਣ ਲੱਗੇ ਨੇ ਨਾ ਉਦੋਂ ਦੀ ਨੀਂਦ ਨਹੀਂ ਆਉਂਦੀ। ਆਤਿਸ਼ ਭਰਿਆ ਹੰਝੂ ਬਰਸਨ ਰੋਸ਼ਨ ਸ਼ਮਾ ਨਿਸ਼ਾਨੀ, ਬਿਨ ਰੋਸ਼ਨ ਦੀਦਾਰ ਤੇਰੇ ਥੀ ਜਗ ਹਨੇਰਾ ਮੈਨੂੰ, ਨਾਲ ਕਮਾਲ ਮੁਹੱਬਤ ਤੇਰੀ ਹੋ ਚੱਕੀਸੂ ਨੁਕਸਾਨੀ, ਕਾਲੀ ਰਾਤ ਹਿਜਰ ਦੀ ਅੰਦਰ ਨਾ ਕੋਈ ਸੁਖ ਸੁਨੇਹਾ, ਨਾ ਕਾਸਤ ਨਾ ਕਾਗਜ਼ ਰੁਕਾ ਨਾ ਕੋਈ ਗੱਲ ਜ਼ੁਬਾਨੀ, ਬੇਕਰਾਰੀ ਤੇ ਗਜ਼ਾਰੀ ਸੋਲ ਫਿਰਾਕ ਤੇਰੇ ਦਾ, ਰਹਿਮ ਕਰੀ ਮੂੰਹ ਦੇ ਪਿਆਰੇ ਜ਼ਾਇਆ ਚਲੀ ਜਵਾਨੀ, ਦਿਲ ਨੇ ਭਾਰ ਪਹਾੜ ਗਮਾਂ ਦੇ ਸੀਨੇ ਦਾ ਖਿਜਰਦਾ, ਬੇਵਫਾਈ ਤੇਰੀ ਤਰੀਜੀ ਕਰਦੀ ਮੈਨੂੰ ਫਾਨੀ, ਜਾਂਦੀ ਚਲੀ ਬਹਾਰ ਖੁਸ਼ੀ ਦੀ ਬਰਮ ਰਹੇਗਾ ਬੋਰਾਂ, ਸਦਾ ਨ ਰਹਿਸੀ ਰੰਗ ਗੁਲਾਬੀ ਸਦਾ ਨ ਚਾਲ ਦੀਵਾਨੀ, ਹਿਰਸ ਹਵਾ ਤੇਰੀ ਦੀ ਆਤਿਸ਼ ਤਨ ਮਨ ਫੂਕ ਚਲਾਇਆ, ਮੈਂ ਮੁਸ਼ਕਾਂ ਦਾ ਨੈਣ ਬਹਿਸ਼ਤੀ ਢੋਲ ਰਹੇ ਨਿਤ ਪਾਨੀ, ਕਾਲੀ ਰਾਤ ਜਵਾਨੀ ਵਾਲੀ ਲੋ ਹੋਣ ਪਰ ਆਈ, ਲੱਖ ਤਸੀ ਤਾਂ ਮਿਸਲ ਚਰਾਗਾਂ ਜਾਨ ਕਰਾਂ ਕੁਰਬਾਨੀ, ਹੋਏ ਮੋਮ ਪਹਾੜ ਸਬਰ ਦੇ ਹੱਥ ਗਮਾਂ ਜਦ ਪਾਇਆ, ਇੱਕ ਪਾਣੀ ਵਿੱਚ ਗੁਲਦਾ ਜਨੇੜਾ ਸ਼ਮਾ ਜਿਵੇਂ ਮਸਤਾਨੀ, ਜੇ ਹੁਣ ਕਰੇ ਗਰੀਬ ਨਵਾਜ਼ੀ ਐਬ ਨੀ ਕੁਝ ਤੈਨੂੰ, ਮੈਂ ਦਿਲ ਆਵੇਂ ਮੁਖ ਦਿਖਾਵੇਂ ਹੇਜ ਸਾਵੇਂ ਜਾਨੀ, ਸਾਦਿਕ ਸੁਬੋ ਮਾਨਿੰਦ ਮੇਰਾ ਵੀ ਰਹਿ ਗਿਆ ਦਮ ਬਾਕੀ, वो दीदार मोहम्मद ਤਾਂ ਫਿਰ ਦੀਏ ਜਾਨ ਆਸਾਨੀ। ਉਹ ਕਹਿੰਦੇ ਜੀ ਦੀਦਾਰ ਸਰਕਾਰ ਦਾ ਹੋਣਾ ਹੈ ਨਾ ਤੇ ਫੇਰ ਹੀ ਬੰਦੇ ਨੂੰ ਸਕੂਨ ਹੋਣਾ ਹੈ। ਤੇ ਇਹ ਸਾਰਾ ਜਿਹੜਾ ਮਾਮਲਾ ਨਹੀਂ ਇਹ ਤੇ ਰਾਤ ਦਾ ਹੈ, ਮੁਹੱਬਤ ਦਾ ਵੀ ਔਰ ਸਾਰਾ ਚਿਰਾਗ ਦਾ ਵੀ, ਤੇ ਸਾਦਿਕ ਸੁਭ ਮਾਨਿੰਦ ਮੇਰਾ ਵੀ ਰਹਿ ਗਿਆ ਦਮ ਬਾਕੀ, वो दीदार मोहम्मद ਤਾਂ ਫਿਰ ਦਈਏ ਜਾਨ ਆਸਾਨੀ। ਉਹ ਕਹਿੰਦੇ ਜੀ ਉਹ ਦੀਦਾਰ ਹੋ ਜਾਏ ਨਾ ਤੇ ਫਿਰ ਬੰਦੇ ਦੀ ਮੁਸ਼ਕਲਾਂ ਆਸਾਨ ਹੋ ਜਾਂਦੀਆਂ। ਅੱਛਾ ਜੀ, ਅੱਗੇ ਉਹ ਹੋਰ ਜੀ ਬਿਆਨ ਕਰਦੇ ਨੇ ਕਿ ਦਿਲਬਰ ਆਪ ਜਿਨ੍ਹਾਂ ਦਾ ਹੋਇਆ। ਦਿਲਬਰ ਕੌਣ ਹੈ? ਸਰਕਾਰ ਮਦੀਨਾ, आप नबी अकरम सल्लल्लाहु अलैहि वसल्लम की गल हो रही है थे। हाँ जी, हाँ जी, ये उनका ही समझ में जिक्र हो रहा है जी। आगे आ रही है, आगे दिलबर आप जिन्हां दा होया फेर नहीं सट चांदा, दो जहाना विच मोहम्मद खूब प्रीत पखांदा, बाबे नानक बानी अंदर बात कही यकरंगी, वस होया मुड़ जांदा नहीं ਰੀਤ ਸਜਨ ਦੀ ਚੰਗੀ। ਸਜਨ ਕੌਣ ਹੈ ਜੀ? ਉਹੀ ਉਹਨਾਂ ਦੀ ਜ਼ਿਕਰ ਆ ਰਿਹਾ। ਅੱਛਾ ਜੀ, ਇਹ ਸਾਰੇ ਉਹਨਾਂ ਦੀਆਂ ਅਲਾਮਤਾਂ ਜਿਹੜੀਆਂ ਨੇ ਨਾ
ਇਹ ਤਾਰਫ ਸਾਰਾ ਔਰ ਉਹਨਾਂ ਅੱਗੇ ਆ ਕੇ ਅਸੀਂ ਇਹਦਾ ਜਿਹੜੀ ਬਕਾਇਦਾ ਨਜ਼ਮਾਂ ਦਾ ਆਗਾਜ਼ ਹੈ ਨਾ ਉਹ ਅੱਗੇ ਹੋ ਰਿਹਾ ਹੈ, ਜਿਹਦੇ ਵਿੱਚ ਸਭ ਤੋਂ ਪਹਿਲੇ ਤੇ ਹਮਦ ਹੀ ਹੈ ਔਰ ਫਿਰ ਆਗੇ ਨਾਤ ਆ ਜਾਏਗੀ। ਹਾਂਜੀ, ਇਹਦੇ ਵਿੱਚ ਹੁਣ ਸਾਡੇ ਐਡਮਨ ਨੇ ਉਹਨਾਂ ਨੇ ਆਖਿਆ ਕਿ ਰਬੀਉਲ ਅਵਲ ਦਾ ਵੀ ਇਹ ਸਿਲਸਿਲਾ ਤੇ ਸਰਕਾਰ ਦੀ ਨਾਤ ਨੂੰ ਪੇਸ਼ ਕੀਤਾ ਜਾਏ ਤਾਂ ਉਹ ਵੀ ਪੇਸ਼ ਕਰਨੇ ਆ ਜੀ। ਇਹ ਪ੍ਰੋਗਰਾਮ ਵੀ ਜਨਾਬ ਉਹਨਾਂ ਦੀ ਹਜ਼ੂਰ ਦੀ ਨਿਸਬਤ ਨਾਲ ਹੀ ਸਾਰੇ ਹੋ ਰਹੇ ਨੇ। ਅੱਛਾ ਜੀ, ਪਹਿਲੇ ਜਰਾ ਹਮਦ ਦਾ ਅਗਰ ਤਜ਼ਕਰਾ ਹੋ ਜਾਏ, ਬੜਾ ਉੱਚਾ ਕਲਾਮ ਹੈ ਜੀ ਮੀਆਂ ਮੁਹੰਮਦ ਬਖਸ਼ ਦਾ। ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਸਾਡੇ ਸਟੈਪਸ ਆਉਂਦੇ ਨੇ ਨਾ ਉਹਦੇ ਉੱਤੇ ਬੜੇ ਬੜੇ ਆਲਾ ਕਲਾਮ ਪੇਸ਼ ਕੀਤਾ ਹੈ। ਹਮਦ, ਨਾਤ, ਫਿਰ ਉਸੇ ਸਮਦਾਨੀ ਸ਼ੇਖ ਅਬਦੁਲ ਕਾਦਰ ਜਿਲਾਨੀ ਉੱਤੇ ਵੀ, ਹੋਰ ਵੀ ਜਿਹੜੇ ਬਜ਼ੁਰਗ ਸਾਰਿਆਂ ਦਾ ਅਸੀਂ ਪੜ੍ਹਨੇ ਹਾਂ। ਟਾਈਮ ਦਾ ਵੀ ਮੈਡਮ ਮੇਰਾ ਧਿਆਨ ਰੱਖਿਓ ਸਾਨੂੰ। ਅੱਛਾ ਅੱਛਾ ਜੀ, ਰਹਿਮਤ ਦਾ ਵੀ ਪਾ ਖੁਦਾਇਆ, ਬਾਗ ਸੁਕਾ ਕਰ ਹਰਿਆ, ਬੂਟਾ ਆ ਸਮੀਦ ਮੇਰੀ ਦਾ ਕਰ ਦੇ ਮੇਵੇ ਭਰਿਆ, ਮਿੱਠਾ ਮੇਵਾ ਬਖਸ਼ ਅਜਿਹਾ, ਕੁਦਰਤ ਵਹੀ ਗਤ ਸ਼ੇਰੀ, ਦੁੱਖ ਆਵੇ ਰੋਗੁਸਤਾ ਜਾਵੇ, ਦੂਰ ਹੋਵੇ ਦਿਲ ਗੀਰੀ, ਬਾਲ ਚਿਰਾਗ ਇਸ਼ਕ ਦਾ ਮੇਰਾ ਰੋਸ਼ਨ ਕਰਦੇ ਸੀਨਾ, ਦਿਲ ਦੇ ਦੀਵੇ ਦੀ ਰੋਸ਼ਨਾਈ ਜਾਵੇ ਵਿੱਚ ਜ਼ਮੀਨਾ, ਲਾ ਹਨੇਰਾ ਜਹਲ ਬੁਰੇ ਦਾ, ਲਾ ਹਨੇਰਾ ਜਹਲ ਬੁਰੇ ਦਾ, ਚਾਨਣ ਲਾ ਅਕਲ ਦਾ, ਬਖਸ਼ ਵਲਾਇਤ ਸ਼ੇਰ ਸੁਹੰਦੀ, ਯਮਨ ਰਹੇ ਵਿੱਚ ਰੁਲਦਾ, ਅਵਲ ਦੇ ਦਿਲ ਜਿਸ ਵਿੱਚ ਅਵਲ ਦੇ ਦਿਲ ਜਿਸ ਵਿੱਚ ਹੋਵਨ ਸੁੱਚੇ ਸੋਹਨ ਹਜ਼ਾਨੇ, ਲਾਲ ਜਵਾਹਰ ਕੱਢ ਕੱਢ ਦੇਵੇ ਕੁਵਤ ਬਖਸ਼ ਜ਼ਮਾਨੇ, ਸੋਹਨ ਮੇਰੇ ਦੀ ਸ਼ਿਕਰੂ ਹੋਵਨ ਮਿੱਠੇ ਮੂੰਹ ਕਲਮ ਦੇ, ਸ਼ੇਰ ਮੇਰੇ ਦੇ ਇਤਰੂ ਕਾਗਜ਼ ਲਾਵੇ ਹਾਂ ਰਕਮ ਦੇ, ਮਰਮਰ ਇੱਕ ਬਨਾਵਨ ਸ਼ੀਸ਼ਾ, ਮਾਰ ਬਟਾ ਇੱਕ ਬੰਦੇ, ਦੁਨੀਆ ਉੱਤੇ ਥੋੜੇ ਹੁੰਦੇ ਕਦਰ ਸ਼ਨਾਸ ਸੋਹਨ ਦੇ, ਲੱਦ ਗਏ ਉਹ ਯਾਰ ਪਿਆਰੇ ਕਦਰ ਸ਼ਨਾਸ ਹਮਾਰੇ, ਸੋਹਨ ਸਰਾਬ ਮੁਹੰਮਦ ਬਖਸ਼ਾ ਲਾਲਾਂ ਦੇ ਬਨ ਜਾਰੇ, ਯਾਰਾਂ ਬਾਦ ਸ਼ਰਾਬ ਸੋਹੰਦਾ ਵਰਤਨ ਤੇ ਕਦ ਜੋਸੀ, ਸੁੱਚਾ ਮੇਲਾ ਕੱਢ ਮੁਹੰਮਦ ਜੋ ਪਿਓਸੀ ਸੋ ਪਿਓਸੀ। ਇਹ ਜਨਾਬ ਸੀ। ਉਸ ਤੋਂ ਬਾਅਦ ਹਮਦ ਹੈ ਜੀ ਥੋੜੀ ਜੀ, ਇਹ ਕਿੱਸਾ ਆਗਾਜ਼ ਦਾ ਸੀ ਤੇ ਉਸ ਤੋਂ ਅੱਗੇ ਹਮਦ ਹੈ। ਅਵਲ ਹਮਦ ਸਨਾ ਇਲਾਹੀ ਜੋ ਮਾਲਿਕ ਹਰ ਹਰ ਦਾ, ਉਸ ਦਾ ਨਾਮ ਚਤਾਰਨ ਵਾਲਾ ਹਰ ਮੈਦਾਨ ਨਾ ਹਰਦਾ, ਕਾਮ ਤਮਾਮ ਮਿਸ਼ਸਰ ਹੁੰਦੇ ਨਾਮ ਉਹਦਾ ਚਿਤ ਧਰਿਆ, ਰਹਿਮੂ ਸੁੱਕੇ ਸਾਵੇ ਕਰਦਾ ਕਹਿਰੂ ਸਾੜੇ ਹਰਿਆ, ਕੁਦਰਤ ਥੀ ਜਿਸ ਬਾਗ ਬਣਾਏ ਜਗ ਸੰਸਾਰ ਤਮਾਮੀ, ਰੰਗ ਬਰੰਗੀ ਬੂਟੇ ਲਾਏ ਕੁਝ ਹਾਸੀ ਕੁਝ ਆਮੀ, ਐ ਸਜਾਏ ਬਾਗੇ ਅੰਦਰ ਆਦਮ ਦਾ ਰੁਖ ਲਾਇਆ, ਮਾਰਫਤ ਦਾ ਮੇਵਾ ਦੇ ਕੇ ਵਾਹ ਫੁਲਦਾਰ ਬਣਾਇਆ, ਕੁਨ ਉਹਦੀ ਨੂੰ ਕੋਈ ਨਾ ਪਹੁੰਤਾ ਆਕਲ ਬਾਲਿਗ ਦਾਨਾ, ਦਰ ਜਿਸ ਦੇ ਸਰ ਸਜਦੇ ਸੱਤੇ ਲੋਹੇ ਕਲਮ ਅਸਮਾਨਾ, ਹੁਕਮ ਉਹਦੇ ਬਿਨ ਕੱਖ ਨਾ ਹਿਲਦਾ ਵਾਹ ਕੁਦਰਤ ਦਾ ਵਾਲੀ, ਜਿਆ ਜੋਨ ਨਿਗਾਹ ਉਹਦੀ ਵਿੱਚ ਹਰ ਪੁੱਤਰ ਹਰ ਡਾਲੀ, ਹਰ ਪੱਤਰ ਹਰ ਡਾਲੀ, ਆਪ ਮਕਾਨੋਂ ਖਾਲੀ ਉਸ ਥੀ ਕੋਈ ਮਕਾਨ ਨਾ ਹਾਲੀ, ਹਰ ਵੇਲੇ ਹਰ ਚੀਜ਼ ਮੁਹੰਮਦ ਰੱਖਦਾ ਨਿਤ ਸੰਭਾਲੀ, ਸਿਨੇ ਨਾੜੀ ਹਿਕ ਪੱਤਰ ਅੰਦਰ ਜੋੜ ਕੋਈ ਵਿੱਚ ਜੋੜੇ, ਇਲਮ ਉਹਦੇ ਵਿੱਚ ਕੱਖ ਨਾ ਭਲਾ ਸਭ ਮੌਲਮ ਬਿਨ ਲੋੜੇ, ਬਾਦਸ਼ਾਹੀ ਥੀ ਭੀਖ ਮੰਗਾਵੇ ਤਖਤ ਬਹਾਰੇ ਗਾਹੀ, ਕੁਝ ਪਰਵਾਹ ਨਹੀਂ ਘਰ ਉਸਦੇ ਦਾਇਮ ਬੇਪਰਵਾਹੀ। ਉਹ ਬੇਪਰਵਾਹ ਹੈ, ਉਹ ਤੇ ਅਸੀਂ ਪਿਛਲੇ ਪ੍ਰੋਗਰਾਮਾਂ ਵਿੱਚ ਵੀ ਜਿਸ ਤਰ੍ਹਾਂ ਉਹਨਾਂ ਦਾ ਜਾਂ ਉਹਦੇ 'ਚ ਵੀ ਜ਼ਿਕਰ ਆਇਆ ਸੀ, ਜਿਸ ਤਰ੍ਹਾਂ ਉਹ ਬੇਪਰਵਾਹ ਹੈ ਤੇ ਸੋਹਣੀਆਂ ਪਰੇ ਹਟਾਈਆਂ ਤੇ ਕੋਝੀਆਂ ਲੈ ਗੱਲਾਈਆਂ, ਬਾਬਾ ਉਹਨਾਂ ਦਾ ਸੀ ਵਾਰਿਸ ਸ਼ਾਹ ਨਹੀਂ ਜਾ ਇਹ ਉਹਨਾਂ ਦਾ ਹੀ ਸੀ।
अच्छा जी, अगे हुण नात जनाब पेश करिए। ये जी सरकारे दो आलम की बारगाह दे विच है तो बहुत लंबी नात है, हमन भी बहुत तवील है लेकिन थोड़ी जी मुख्तसर की है ताकि असी कवर कर लिए। हाँ ये नात सारी पढ़ देती है। वाह करीब उम्मत दा वाली महर शफात करदा, जिब्राइल जे जिस जाकर नबियां दा सर करदा। की मतलब है जी कि जिब्राइल जिदे चाकर ने या वो दरबान ने, हाँ वो उन्हां दी क्या शान है। ओ महबूब हबीब रबाना, हामी रोज हशरदा, आप यतीम यतीमा ताई खत सरे पर धरदा। जे लखदारें अतर गुलाबों, तो ये नित जबाना, नाम उना दे लायक नाही की कलमे दा काना। कौन सा? अच्छा गुलाब का। हाँ, जे लखवारी अतर गुलाबों, तो ये नित जबाना, नाम उना दे लायक नाही की कलमे दा काना। नात उना दी लायक पाकी, कदासा ना दान कदा कदासा ना दाना, मैं पली नदी विच बड़िया पाक करे तन जाना। नाल इशारत टुकड़े कीता जिसने चन आसमानी, सकवाड़ा थी जिस पढ़ाया कलमा, जिक्र जुबानी। मौजियों उस बहुत वदियाई थोड़ी सी मेहमानी, लश्कर तुसा सब रजाया, हिक से काले पानी। यानी वो जैसे थोड़ा पानी सी ना तो वो सरकार ने सारिਆਂ ਨੂੰ ਪਿਲਾਇਆ ਤੇ ਉਹ ਸਭ ਨੂੰ ਪੂਰਾ ਆ ਗਿਆ। सदर नशी दीवान हशरदा, अफसर विच इमामा, कुल नबी मुख्ताज उन्हां दे नफरां वांग गुलामा। दुनिया ते जद जाहिर होया, खुरिया दीन दमाना दमामा, को काफां ने सीस नमाया कोट कफार तमामा। तख्त चुबारे शाही कुंबे, डिठे कुफर मनारे, चीक दिते कुरान ओदे ने अगले दफ्तर सारे। सबो नूर उसे दे नूरों, उसदा नूर हजूरों, उसनू तख्त अर्श वालिया, मूसा नू को तूरों। जी जी, उसनू तख्त अर्श दा मिलिया, यानी सरकार को है अर्श का तख्त मिला है। मूसा नु को है तूरों, उसको कोई तूर का दे दिया है। ला इलाह लमा हलकत अंगूर, आया शान अनांदे, जिन इंसान गुलाम फरिश्ते दोहे जहान उनांदे। नूर मोहम्मद रोशन आहा आदम जदों ना होया, अव्वल आखिर दोए पासे ओहो मिल खलोया। ये एक बड़ा मशहूर किस्सा है, अगर इजाजत हो तो बयान कर देने हैं। नूर मोहम्मद रोशन आहा आदम जदों ना होया कि नबी अकरम सल्लल्लाहु अलैहि वसल्लम का एक हदीसे पाक है कि सरकार दो आलम फरमाते ने कि मैं उस वक्त भी नबी सा जिस वक्त आदम पानी और मिट्टी दे दरमियान सा। ते ਇਹ ਜਿਹੜਾ ਨੂਰ ਵਾਲਾ ਮਾਮਲਾ ਹੈ ਇਹ ਵੀ ਸਰਕਾਰ ਦਾ ਫਰਮਾਨ ਹੈ ਕਿ ਇੱਕ ਦਿਨ ਫਰਿਸ਼ਤੇ ਨੇ ਮੈਨੂੰ ਸਵਾਲ ਕੀਤਾ ਕਿ ਜੀ ਕਿੰਨਾ ਕੁ ਆਖਰ ਇਹ ਦੁਨੀਆ ਦੀ ਜ਼ਿੰਦਗੀ ਕਿੰਨੀ ਹੈ ਔਰ ਕਿੰਨਾ ਕੁ ਪੁਰਾਣਾ ਸਿਲਸਿਲਾ ਹੈ। ਤੇ ਸਰਕਾਰ ਨੇ ਕਿਹਾ ਕਿ ਕਈ ਹਜ਼ਾਰ ਸਾਲਾਂ ਦਾ ਜ਼ਿਕਰ ਕੀਤਾ। हाँ जिब्राइल इस्लाम का मैं कहना ते ओ आपने ना वो अपनी दस्तार मुबारक उतारी तो उन्होंने मत्थे उत्ते जेड़ा नूर सी ना आपने कहा कि वो एक 72,000 साल पुरानी गल है ते ओ उथों एक ना आसमान तो नूर नमूदार हुंदा सी। ते आपने फरमाया कि वेखो वो ते नहीं किरे ते उन्होंने कहा जी ये वही है। तो उन्होंने कहा भी उस तो भी पहले दा ये अल्लाह ताला ने मैनू नूर अता किया है। बल्कि फरमान है कि अल्लाह ताला ने सब तो पहले अपने नूर नू पैदा किया ते फिर उस नूर तो मेरे नूर नू पैदा किया
ਔਰ ਫਿਰ ਮੇਰੇ ਨੂਰ ਤੋਂ ਬਾਕੀ ਜਹਾਨ ਦੇ ਜਿੰਨੀਆਂ ਰੋਸ਼ਨੀਆਂ ਔਰ ਨੇ ਨਾ ਜੀ ਰੌਣਕਾਂ ਉਹਨਾਂ ਨੂੰ ਪੈਦਾ ਕੀਤਾ। ਇਹ ਉਹ ਨੂਰ ਦਾ ਜ਼ਿਕਰ ਹੋ ਰਿਹਾ। तभी शायद लोग रोशनियां जलाते हैं, गला हाँ बंदी जी, पे हाँ जी, हाँ जी। रोशन से रोशन करते हैं हाँ जी, हाँ ਇਹ ਜਿਹੜਾ ਆਇਆ ਨਾ ਜੀ ਕਿ ਨੂਰ ਮੁਹੰਮਦ ਰੋਸ਼ਨ ਆਹਾ ਆਦਮ ਜਦੂ ਨਾ ਹੋਇਆ ਅਵਲ ਆਖਰ ਦੋਹੇ ਪਾਸੇ ਓਹੋ ਮਲ ਖਲੋਇਆ ਪਾਕ ਜਮਾਲ ਉਹਦੇ ਨੂੰ ਸਿੱਖਦੇ ਰੂਹ ਨਬੀਆਂ ਸੁਣਦੇ ਹੂਰਾਂ ਮੁਲਕ ਉਹਨਾਂ ਦੀ ਖਾਤਰ ਖਿਦਮਤ ਕਾਰਨ ਬੰਦੇ। लो जी आज ਦੀ ਸਾਨੂੰ नहीं, बाकी शेर पढ़ लेना। हाँ ये 3-4 हैं। अच्छा नात के बाद जो आपने अगली सिलेक्शन पढ़ी हाँ वो पढ़ते हाँ, पढ़ते ये तो नाम मुकम्मल हो गए। ठीक है। वली जिन्हां दे उम्मत संदे नबियां नाल बराबर। हजूर ने फरमाया कि मेरी उम्मत दे जेड़े वली ने ना वो बनी इसराइल दे नबियां दे बराबर उन्हां दा दर्जा है। तो मियां साहब ने भी यही कीता है कि वलियां जिन्हां दी उम्मत संदे नबियां नाल बराबर उम्मत उसदी बनिया लोड़न मरसल होर अकाबर हुसन बाजार ओदे सह यूसुफ बरोए हो कांदे जुल्कर नैन सुलेमान जे हिदमतगार कहांदे ईसा हाक उना दे दर्दी घिन तमीम करदा ना ही दस मुबारक उसदा शाफी हर जर दा हाल गुलामी उसदी वाला लाया पाक हलीले जानी नू कुर्बानी कीता 70 इस्माइले सबर कुर्बानी कीता मेहतर इस्माइल यानी हजरत इस्माइल की कुर्बानी नू अपना बेटा दे के इमाम साहब वो उन्होंने कहा जी सरकार की शान है। मूसा हिजर नकीब उन्होंने दे अगे बजन राही ओ सुल्तान मोहम्मद वाली मुरसल होर सिपाही दैसी सद जहाना नू होया नेड़े ओ प्यारा नात उन्हां दी की कुछ लिखे शायर ओ गनारा। जनाब कहते हैं जी असीं गुनाहगार की कह सकते हैं। ये अगे मिराज दा वाकया भी बयान होया वैसे मियां साहब ने 2-3 शेर भी सुना देने मिराज ने। वो कहते हैं जी आई रात मुबारक वाली भाग साडे जागे सजना ते खुश मुश्किलां ढुलियां दुश्मन सर सहागे आसमाना परता अरे रोशन शमा चिराग जगाने सिख दियां यारां नू आपो हते सिकांदे परवाने वही वकील लिया सरनाले घोड़ा जोड़ा आ मिलिए हिक जोड़ मोहम्मद तेनू कुर्ब ना थोड़ा हरदम सिख ਤੇ ਸਾਡੀ ਸਾਨੂੰ ਆਈ ਰਾਤ ਮਿਲਣ ਦੀ ਸਦ ਗਲਿਓਂ ਵਡਿਆਈ ਦੇ ਕਿ ਇੱਜ਼ਤ ਵੱਧੀ ਸਭ ਦੀ। और जी एक दो शेर पढ़ के ना फिर के चलने हैं। लो कलम आसमाना जमियां दोजख जन्नत जाइए कुर्सी अर्श मुल्ला देखी सैर करी सब जाई। ये वो सरकार नूं लैके गए ना जी ते वो फिर कलाम तो इन्ना है उन्हें सारी किताब पढ़ने वाली है एक सिटिंग च तो मुश्किल है सारा कलाम पढ़िया जाए। फलसफा जो थोड़ा जिहा असीं वो दस चुके हैं कि बदीउ जमाल दा और जिस तरह हीर रांझे का किस्सा सी ससी पन्नू का किस्सा सी सोनी महिवाल का किस्सा सी है वो रूहानी किसे ने मजाज और हकीकत दे तो ये सारा पढ़न लगी 12 नशिस्तां भी थोड़ियां पै जाण दियां थोड़ा जिहा सी ना और इन पेश करके तो फिर अच्छा ये एक सख्त जी गल है थोड़ा जिहा ना है तो सारे शायरां ने बयान किया है लेकिन मियाँ साहब थोड़ा जिहा ना वो कहते जिन्हें इश्क नहीं ना किया वो बड़ा डड़ी मिसाल है फिर पढ़े ही समझ आनी सारे वो कहते ने जी जिस दिल अंदर इश्क ना रचिया कुत्थे उसकी चंगे जिस दिल अंदर इश्क न रचिया कुत्ते उस थी चंगे हावन दे दर राखी कर दे साबर भुखे नंगे जिवें सूरज विच नूर तिवें है इश्क रूह विच जाने नूरे बाजू सूरज पत्थर आदम जिन्स हैवाने। वो कहते जी ये इश्क तो बगैर नूर दी जेहड़ी चादर है ना जेहड़ी कि उधरों आउंदी है मार्फत हकीकी करती ये बस इंसान कुछ भी नहीं। ये उन्होंने बड़िया तशबीहां पेश कीतियां ने
ਤੇ ਇਹ ਇੱਕ ਹੋਰ ਬੜਾ ਸਹੀਮ ਕਲਾਮ ਹੈ ਜੀ। ਸਦਾ ਨੀ ਹੱਥ ਮਹਿੰਦੀ ਰੱਤੇ, ਸਦਾ ਨਾ ਸ਼ੰਕਨ ਵੰਗਾ, ਸਦਾ ਨਾ ਛੋਪੇ ਯਾ ਪਾ ਮੁਹੰਮਦ ਰਸੂਲ ਬਹਿਨਾ ਸੰਗਾ, ਸਦਾ ਨਹੀਂ ਮਰਵਾਈਆਂ ਬਹਿਨਾ, ਸਦਾ ਨਹੀਂ ਸਰਪਾਨੀ, ਸਦਾ ਨਾ ਸੀਨਾ ਸੀਸ ਗੰਦਾਵਨ, ਸਦਾ ਨਾ ਸੁਰਹੀ ਲਾਨੀ, ਲੱਖ ਹਜ਼ਾਰ ਬਹਾਰ ਹੁਸੰਦੀ ਹਾਕੋ ਵਿੱਚ ਸਮਾਣੀ, ਲਾ ਪ੍ਰੀਤ ਮੁਹੰਮਦ ਜੇ ਥੀ ਜਗ ਵਿੱਚ ਰਹੇ ਕਹਾਣੀ। ਯਾਨੀ ਉਹ ਕਹਿੰਦੇ ਨੇ ਕਿ ਸਰਕਾਰ ਨਾਲ ਰੀਤ ਲਾਓ, ਜਿਹੜੀ 12 ਰਬੀਉਲ ਅੱਵਲ ਦਾ ਆਇਆ ਨਾ ਜੀ ਮੈਸੇਜ, ਕਿ ਇਹ ਅਗਰ ਇਸ਼ਕ ਹਕੀਕੀ ਵਿੱਚ ਬੰਦਾ ਲਾ ਲੇ ਤੇ ਜਗ ਵਿੱਚ ਕੋਈ ਕਹਾਣੀ ਰਹਿ ਜਾਏਗੀ ਜਾਂ ਕੋਈ ਹਿੱਸਾ ਮਿਲ ਜਾਏਗਾ। ਮਗਰ ਸ਼ਿਕਾਰੀ ਕਰੇ ਤਿਆਰੀ, ਬਾਹਰ ਚਰੇਨ ਦਾ ਹਰਨਾ, ਜੋ ਚੜਿਆ ਉਸ ਢਹਿਣਾ ਓੜਕ, ਜੋ ਜੰਮਿਆ ਉਸ ਮਰਨਾ, ਕਿ ਜਿੰਨੇ ਆ ਦੁਨੀਆ ਦਾ ਹੈ ਉਹਨੇ ਜਾਣਾ ਹੈ। ਕੁਝ ਵਸਾ ਨਾ ਸਾ ਆਵੇ, ਮਾਨ ਕੀ ਫਿਰ ਕਰਨਾ, ਜਿਸ ਜੁਸੇ ਨੂੰ ਛਣ ਛਣ ਰੱਖੀ, ਹਾਕ ਅੰਦਰ ਵਿੰਜ ਰੁਲਣਾ, ਲੋਏ ਲੋਏ ਪਰਲੇ ਕੁੜੀਏ ਜੇ ਤੁਤ ਪਾਂਡਾ ਪਰਨਾ, शाम पई बिन शाम मोहम्मद घर जांदी ने डरना। ये मेरी नानी सुनाती होती थी, फिर उनसे मेरे अपनी अम्मा से सुनाई शेर के लोए लोए पल्ले कुड़िए पानी। ते जनाब एक होर शेर ने, बाग बहारां ते गुलजारां ते बिन यारां किसकारी, यार मिलन दुख जान हजारां, शुक्र करां लख वारी, सदा न बागी बुलबुल बोले ते सदा न बाग बहारां, से सदा न माबे हुसन जवानी, ਤੇ ਸਦਾ ਨੂੰ ਸੋਬਤ ਯਾਰਾਂ। ਇਹ ਜਨਾਬ ਹੁਣ ਅਗਰ ਕਿਸੇ ਨੇ ਜਨਾਬ ਸ਼ਾਮਲ ਹੋਣਾ ਹੈ ਤੇ ਅਸੀਂ ਸ਼ਾਮਦੀਦ ਕਹਿੰਦੇ ਹਾਂ। ਜੀ ਹੁਣੇ ਭੱਟੀ ਸਾਹਿਬ ਨੇ ਯਾਰਾਂ ਦੀ ਗੱਲ ਕੀਤੀ ਤੇ ਉਹਦੇ ਤੇ ਇੱਕ ਚੰਗੀ ਮੰਦੀ ਸਜਣਾ ਕੋਲੋਂ 100 ਵਾਰੀ ਹੋ ਜਾਂਦੀ, ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ, ਅਸਲ ਪ੍ਰੀਤ ਜਿਨ੍ਹਾਂ ਦੀ। ਬਹੁਤ ਤੇ ਇੱਕ ਜਿਹੜਾ ਦੂਜਾ ਮੇਨ ਟੌਪਿਕ ਹੈ ਜਿਹਦੇ ਤੁਸੀਂ ਜ਼ਿਆਦਾਤਰ ਬੋਲ ਰਹੇ ਹੋ, ਕਤਰਾ ਵੰਝ ਪਿਆ ਦਰਿਆਵੇ, ਤਾਂ ਉਹ ਕੌਣ ਕਹਾਵੇ, ਜਿਸ ਤੇ ਆਪਣਾ ਆਪ ਗਵਾਵੇ ਆਪ ਉਹ ਬਣ ਜਾਵੇ। ਵਾਹ ਵਾਹ, ਬਹੁਤ ਤੇ ਬਹੁਤ ਖੂਬਸੂਰਤ ਕਲਾਮ ਹੈ ਵੈਸੇ ਇਹਨਾਂ ਦਾ, ਬਹੁਤ ਖੂਬਸੂਰਤ ਕਲਾਮ ਹੈ। ਜੀ ਕੋਈ ਸ਼ੱਕ नहीं। और कुछ कहना चाहोगे साथ साथ, कोई और कोई कलाम विचों कोई इंतखाब पढ़ना चाहोगे? जी एक ਹੋਰ ਡਿੱਠੇ ਬਾਜ ਪ੍ਰੀਤ ਲਗਾਈ, ਹੋ ਗਿਆ ਜੋ ਹੋਣਾ, ਹੱਸਣ ਖੇਡਣ ਯਾਦ ਨਾ ਮੈਨੂੰ ਪਿਆ ਉਮਰ ਦਾ ਰੋਣਾ, ਦਿਲਬਰ ਮੁਖ ਵਿਖਾਂਦਾ ਨਹੀਂ ਦਾਗ ਮੇਰਾ ਕਿਸ ਧੋਣਾ, ਸਾਜਣ ਦਾ ਦਰ ਛੱਡ ਮੁਹੰਮਦ, ਸਾਜਣ ਦਾ ਦਰ ਛੋੜ ਮੁਹੰਮਦ, ਕਹਿ ਦਰ ਜਾ ਖਲੋਣਾ। ਬਹੁਤ ਖੂਬ ਸਰ, ਬਹੁਤ ਖੂਬ। ਤੇ ਹਰਮਨ ਸਾਹਿਬ? ਹਾਂਜੀ ਮੈਂ ਇੱਕ ਸ਼ੇਰ ਬਸ ਸੁਣਾਨਾ। ਉਹ ਜ਼ਰਾ ਉਮਰ ਸਾਡੀ ਵੀ ਐਸੀ ਹੋ ਗਈ ਇਸ ਕਰਕੇ। ਬੱਚੇ ਪਾਲਣ ਸੌਖੇ ਹੁੰਦੇ, ਔਖੇ ਪਾਲਣ ਮਾਪੇ, ਪਿਛਲੀ ਉਮਰ ਇਸ ਨੁਕਦੇ ਦੀ ਸਮਝ ਆ ਜਾਂਦੀ ਆਪੇ। बहुत शुक्रिया। आपको शायद आवाज नहीं जा रही, तो फिर हेलो, आवाज आ रही है जी? बस मैं एक पे शुक्रिया अदा करना चाहूँगा। मजबूतियत की वजह मैं अस्तोनिस नहीं हाजिर हो सकिया, मगर मेरे से सब तो इंटरेस्टिंग एक गल है जी मैं अपने सुनने वाले सामने दसना चाहना कि जिस ना हज़रत रूमी सरकार नाल होया कि उन्होंने भी वालिद नालों एक सिलसिला चलता पाया सी, और फिर उन्होंने 37-38 साल की उम्र कम मुलाकात हुई तो एक नवा रास्ता खुलिया, और इसमें ही मैंने लगता कुछ ना कुछ रिजेंबलेंस हैगी है मियां मोहम्मद बख्श साहब की भी, कि पहले वालिद साहब वालों सिलसिला चलता पाया सी और फिर उन्होंने कहा गया कि तुसीं कुछ दूसरे पासे जाओ और उतों होर फैज़ लवो। दूजी गल मैं कहना चाहना कि जी इमेजरी है वो उन्होंने गौर करनी चाहिए सानू कि उन्होंने रूमी कश्मीर क्यों आखते हैं।
ਕਿ ਕਿਹੜੀ ਚੀਜ਼ ਦੋਵਾਂ ਵਿੱਚ ਰਲਦੀ ਹੈ, ਕਿਹੜੀ ਚੀਜ਼ਾਂ ਨੂੰ ਦੋਵਾਂ ਵਿੱਚ ਰਲ ਕੇ ਦੇਖਣੀ ਚਾਹੀਦੀ ਹੈ। ਕਿਆ ਇਮੇਜਰੀ 'ਚ ਕਮਾਲ ਹੈ, ਕਿਆ ਕਹਾਣੀ ਦੀ ਡਿਟੇਲ ਦਾ ਕਮਾਲ ਹੈ, ਜਾਂ ਜਿਹੜੀ ਤਸੱਵੁਰ ਦੀ ਸਟੇਜਿਸ ਨੇ ਜਾਂ ਸਲੂਕ ਦੀ ਸਟੇਜਿਸ ਨੇ, ਉਹਨਾਂ ਨੇ ਬੜਾ ਤਰੀਕੇ ਦੇ ਦੋਵਾਂ ਨੇ ਦੱਸਿਆ ਹੈ। ਔਰ ਇਹਦੇ ਸਾਨੂੰ ਥੋੜਾ ਜਿਹਾ ਗੌਰ ਕਰਨਾ ਚਾਹੀਦਾ ਹੈ। ਬਾਕੀ ਜਿਹੜਾ ਕੀ ਨਾਂ ਹੈ ਸ਼ਰਾਜ਼ भट्टी साहब ने कलाम पढ़िया है, वो बड़ा सोहना पढ़िया है। और बाकी ने मैं शुक्रिया अदा करना चाहूँगा। मेहरबानी। तेरा चंडा लाल कलंदर, तेरा चंडा लाल कलंदर, अंदर झूले 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 कलंदर।